ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪੋ ਪਿਆਰੀ ਸਾਧ ਸੰਗਤ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਅੱਜ ਇੱਕ ਹੋਰ ਮਹੱਤਵਪੂਰਨ ਵਿਸ਼ੇ ਤੇ ਸਾਂਝ ਪਾਉਣ ਜਾ ਰਹੇ ਹਾਂ। ਇੱਕ ਜ਼ਰੂਰੀ ਗੱਲਬਾਤ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੁਪਨੇ ਇੱਕ ਆਮ ਇਨਸਾਨ ਨੂੰ ਜ਼ਰੂਰ ਆਉਂਦੇ ਹਨ। ਰਾਤ ਵੇਲੇ ਸੁੱਤੇ ਪਿਆਂ ਤੋਂ ਜਿਹੜੇ ਖਿਆਲ ਆਉਂਦੇ ਨੇ ਉਸ ਨੂੰ ਸੁਪਨਾ ਕਹਿੰਦੇ ਨੇ। ਇਹ ਸੁਪਨੇ ਸੰਕੇਤਕ ਵੀ ਹੁੰਦੇ ਨੇ, ਕਈ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ। ਸੁਪਨੇ ਅਕਸਰ ਉਹ ਆਉਂਦੇ ਨੇ ਜਿਹੜੀ ਸਾਡੀ ਦਿਨ ਦੀ ਗੱਲਬਾਤ ਹੁੰਦੀ ਹੈ, ਦਿਨ ਦੇ ਕੰਮਾਂ ਦੇ ਨਾਲ ਸੰਬੰਧਿਤ ਆ ਸਕਦੇ ਨੇ। ਕਈ ਵਾਰੀ ਕਿਸੇ ਕਲਪਨਾ ਦਾ ਵੀ ਸੁਪਨਾ ਆਉਂਦਾ ਹੈ, ਜਿਹੜੀ ਆਪਾਂ ਗੱਲ ਚਿੱਤ ਵੀ ਹੁੰਦੀ, ਅਸਲ ਦੇ ਵਿੱਚ ਹੋਈ ਨਹੀਂ ਹੁੰਦੀ, ਉਹਦੇ ਨਾਲ ਸੰਬੰਧਿਤ ਸੁਪਨੇ ਵੀ ਆ ਜਾਂਦੇ ਨੇ। ਕਈ ਸੁਪਨਿਆਂ ਦਾ ਮਤਲਬ ਹੁੰਦਾ ਹੈ, ਕਈ ਬਿਨਾਂ ਸਿਰ ਪੈਰ ਦੇ ਸੁਪਨੇ ਹੁੰਦੇ ਨੇ। ਸੋ ਅੱਜ ਇਸੇ ਵਿਸ਼ੇ ਤੇ ਗੱਲ ਕਰਨੀ ਹੈ ਕਿ ਉਹ ਕਿਹੜੇ 3 ਖਾਸ ਸੁਪਨੇ ਹਨ ਜਿਨ੍ਹਾਂ ਦਾ ਜ਼ਿਕਰ ਸਾਨੂੰ ਕਿਸੇ ਕੋਲ ਨਹੀਂ ਕਰਨਾ ਚਾਹੀਦਾ। ਜਿਹੜੇ ਸੁਪਨਿਆਂ ਦਾ ਸੰਕੇਤ ਬਹੁਤ ਵਧੀਆ ਹੁੰਦਾ ਹੈ, ਸਾਡੇ ਚੰਗੇ ਭਵਿੱਖ ਲਈ ਹੁੰਦਾ ਹੈ, ਪਰ ਸਾਡੀ ਕੋਸ਼ਿਸ਼ ਰਹੇ ਕਿ ਅਸੀਂ ਕਿਸੇ ਨਾਲ ਸਾਂਝ ਨਾ ਪਾਈਏ ਉਹਨਾਂ ਦੀ। ਅੱਜ ਇਸੇ ਵਿਸ਼ੇ ਤੇ ਆਪਾਂ ਗੱਲ ਕਰਨੀ ਹੈ, ਪਰ ਸਾਂਝ ਪਾਉਣ ਤੋਂ ਪਹਿਲਾਂ ਬੇਨਤੀ ਇਹ ਹੈ ਕਿ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ। ਜੇਕਰ ਚੰਗੀ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਸੰਬੰਧੀਆਂ ਦੇ ਨਾਲ ਸਾਂਝੀ ਵੀ ਕਰਨਾ। ਹੁਣ ਆਪਾਂ ਵਿਸ਼ੇ ਤੇ ਆਉਂਦੇ ਹਾਂ ਕਿ ਉਹ ਕਿਹੜੇ 3 ਸੰਕੇਤਕ ਸੁਪਨੇ ਹਨ ਜਿਨ੍ਹਾਂ ਦਾ ਸੰਬੰਧ ਸਾਡੀ ਜ਼ਿੰਦਗੀ ਦੇ ਨਾਲ ਹੁੰਦਾ ਹੈ। ਕਈ ਲੋਕ ਕਹਿ ਸਕਦੇ ਹਨ ਕਿ ਇਹ ਵਹਿਮ ਭਰਮ ਹੈ, ਉਹ ਮੰਨ ਸਕਦੇ ਹਨ। ਇਹ ਜ਼ਰੂਰੀ ਨਹੀਂ ਕਿ ਹਰੇਕ ਦੀ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਹੀ ਹੋਵੇ, ਪਰ ਬਹੁਤੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਘਟਨਾਵਾਂ ਹੁੰਦੀਆਂ ਹਨ, ਜਿਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਬਹੁਤੇ ਲੋਕਾਂ ਦੇ ਨਾਲ ਇਸੇ ਤਰ੍ਹਾਂ ਹੀ ਹੁੰਦਾ ਹੈ। ਹਰੇਕ ਨੂੰ ਇਹ ਗੱਲ ਜ਼ਰੂਰੀ ਨਹੀਂ ਕਿ ਲਾਗੂ ਹੁੰਦੀ ਹੋਵੇ ਹਰੇਕ ਦੇ ਉੱਤੇ। ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ 3 ਸੁਪਨਿਆਂ ਦੀ ਜਿਨ੍ਹਾਂ ਤੋਂ ਸਾਨੂੰ ਸੰਕੇਤ ਮਿਲਦੇ ਹਨ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਹਾਨੂੰ ਸੁਪਨੇ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ, ਗੁਰੂ ਪੀਰਾਂ ਦੇ ਦਰਸ਼ਨ ਹੁੰਦੇ ਹਨ, ਕਿਸੇ ਸਾਧੂ ਸੰਤ ਦੇ ਦਰਸ਼ਨ ਹੁੰਦੇ ਹਨ, ਕਿਸੇ ਪੀਰ ਫਕੀਰ ਦੇ ਦਰਸ਼ਨ ਹੁੰਦੇ ਹਨ, ਤਾਂ ਕੁਝ ਲੋਕ ਕਹਿੰਦੇ ਨੇ ਕਿ ਇਹ ਚੰਗੀ ਖਬਰ ਹੁੰਦੀ ਹੈ, ਚੰਗੀ ਗੱਲ ਹੁੰਦੀ ਹੈ। ਰੱਬ ਦੇ ਪ੍ਰੇਮੀ ਨੂੰ ਮਿਲਣਾ, ਰੱਬ ਦੇ ਪਿਆਰੇ ਨੂੰ ਮਿਲਣਾ ਬਹੁਤ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਇਸ ਸੁਪਨੇ ਦੇ ਰਾਹੀਂ ਆਪਾਂ ਨੂੰ ਸੰਕੇਤ ਮਿਲਦਾ ਹੈ ਕਿ ਅਸੀਂ ਰੋਜ਼ਾਨਾ ਜਿਸ ਵੀ ਧਰਮ ਨੂੰ ਮੰਨਦੇ ਹਾਂ, ਗੁਰਦੁਆਰੇ, ਮੰਦਿਰ ਜਾਂ ਕਿਸੇ ਵੀ ਧਰਮ ਦੇ ਹਾਂ ਅਸੀਂ ਉੱਥੇ ਰੋਜ਼ਾਨਾ ਜਾਈਏ, ਮੱਥਾ ਟੇਕੀਏ, ਅਰਦਾਸ ਕਰੀਏ ਤੇ ਆਪਣੇ ਤੇ ਕਿਰਪਾ ਜ਼ਰੂਰ ਹੋਵੇਗੀ। ਰੱਬ ਦੇ ਦਰਸ਼ਨ ਦੇ ਮਤਲਬ, ਗੁਰੂ ਪੀਰ ਦੇ ਦਰਸ਼ਨ ਦੇ ਮਤਲਬ ਬਹੁਤ ਚੰਗੇ ਨੇ ਤੇ ਆਪਾਂ ਨੂੰ ਸੰਕੇਤਕ ਤੌਰ ਤੇ ਮੰਨ ਕੇ ਇਹ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਜਦੋਂ ਕੋਈ ਸੱਜਣ ਇਹ ਸੁਪਨਾ ਦੇਖਦਾ ਹੈ, ਇਸ ਦਾ ਭਾਵ ਹੈ ਕਿ ਉਸ ਨੂੰ ਗੁਰੂ ਘਰ ਜ਼ਰੂਰ ਜਾਣਾ ਚਾਹੀਦਾ ਹੈ, ਆਪਣੇ ਜਿਹੜੇ ਮੰਦਿਰ ਨੇ, ਮਸਜਿਦ ਨੇ, ਉੱਥੇ ਜ਼ਰੂਰ ਜਾਣਾ ਚਾਹੀਦਾ ਹੈ। ਜਿਸ ਵੀ ਧਰਮ ਦੇ ਬੰਦੇ ਨੂੰ ਇਸ ਦੇ ਨਾਲ ਸੰਬੰਧਿਤ ਸੁਪਨਾ ਆਉਂਦਾ ਹੈ, ਹੋ ਸਕਦਾ ਹੈ ਕਿ ਜਿਹੜਾ ਬੰਦਾ ਚਿਰਾਂ ਤੋਂ ਆਪਣੇ ਪੂਜਨ ਸਥਾਨ ਤੇ ਨਹੀਂ ਗਿਆ, ਉਸ ਜਗ੍ਹਾ ਤੇ ਨਹੀਂ ਗਿਆ ਜਿਸ ਜਗ੍ਹਾ ਪੂਜਾ ਪਾਠ ਹੁੰਦਾ ਹੈ, ਉਸ ਨੂੰ ਇਧਰ ਹੀ ਸੰਕੇਤ ਮਿਲ ਰਿਹਾ ਹੋਵੇ ਕਿ ਭਾਈ ਹੁਣ ਤੂੰ ਜਾ, ਬੜਾ ਦਿਨ ਤੂੰ ਆਲਸ ਦਿਖਾ ਲਿਆ, ਬਹੁਤ ਚਿਰ ਤੂੰ ਬੇਮੁਖ ਹੋ ਕੇ ਰਹਿ ਲਿਆ, ਪਰ ਹੁਣ ਤੂੰ ਦਰਸ਼ਨ ਕਰਕੇ ਆ। ਸੋ ਰੱਬ ਦੇ ਦਰਸ਼ਨ ਕਰਨਾ, ਕਿਸੇ ਗੁਰੂ ਪੀਰ ਫਕੀਰ ਸੰਤ ਮਹਾਰਾਜ ਦਾ ਤੁਹਾਡੇ ਸੁਪਨੇ ਦੇ ਵਿੱਚ ਆਉਣਾ, ਕਿਸੇ ਰੱਬੀ ਰੂਹ ਦਾ, ਰੱਬ ਦੇ ਪਿਆਰੇ ਦਾ ਸੁਪਨੇ ਦੇ ਵਿੱਚ ਆਉਣਾ ਇੱਕ ਚੰਗਾ ਸੰਕੇਤ ਹੈ ਤੇ ਇਸ ਸੰਕੇਤ ਨੂੰ ਮੰਨਣਾ ਵੀ ਚਾਹੀਦਾ ਹੈ। ਇਸ ਸੁਪਨੇ ਨੂੰ ਇਸ ਤਰ੍ਹਾਂ ਮੰਨ ਲਓ ਕਿ ਸਾਨੂੰ ਕੋਈ ਬਾਂਹ ਫੜ ਰਿਹਾ, ਸਾਨੂੰ ਆਵਾਜ਼ ਮਾਰ ਰਿਹਾ ਕਿ ਆਪਣੇ ਪੂਜਾ ਦੇ ਸਥਲ ਤੇ, ਜਿੱਥੇ ਤੁਸੀਂ ਪਾਠ ਪੂਜਾ ਕਰਦੇ ਹੋ, ਚਾਹੇ ਮੰਦਿਰ ਹੈ, ਚਾਹੇ ਗੁਰਦੁਆਰਾ ਹੈ, ਜਾਂ ਕੋਈ ਹੋਰ ਤੁਸੀਂ ਧਰਮ ਦੀਨ ਦੇ ਨਾਲ ਸੰਬੰਧਿਤ ਹੋ, ਉੱਥੇ ਜ਼ਰੂਰ ਜਾਓ, ਮੱਥਾ ਟੇਕੋ। ਸੋ ਇਹ ਪਹਿਲਾ ਸੁਪਨਾ ਸੀ। ਹੁਣ ਅਸੀਂ ਗੱਲ ਕਰਦੇ ਹਾਂ ਦੂਸਰੇ ਸੁਪਨੇ ਦੀ। ਇਹ ਹੈ ਜੀ ਤੀਰਥ ਯਾਤਰਾ ਦਾ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੀਰਥ ਯਾਤਰਾ ਸਾਡੇ ਕਿਸੇ ਮਹਾਨ ਸਥਾਨ ਦੀ ਹੋਵੇ, ਉਸ ਦਾ ਸੁਪਨਾ ਆਉਣਾ ਇੱਕ ਸੁਹਾਵਣਾ ਸੁਪਨਾ ਹੈ, ਇੱਕ ਚੰਗਾ ਸੰਦੇਸ਼ ਹੈ, ਚੰਗਾ ਸੰਕੇਤ ਹੈ। ਬਹੁਤੇ ਲੋਕ ਕਹਿੰਦੇ ਨੇ ਕਿ ਇਹ ਸੁਪਨਾ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ, ਹਮੇਸ਼ਾ ਆਪਦੇ ਤੱਕ ਸੀਮਿਤ ਰੱਖਣਾ ਚਾਹੀਦਾ। ਇਹ ਗੱਲ ਆਪਾਂ ਮੰਨਣੀ ਹੋਵੇ ਮੰਨ ਸਕਦੇ ਹਾਂ, ਨਹੀਂ ਤੇ ਕਿਸੇ ਨਾਲ ਸਾਂਝੀ ਵੀ ਕਰ ਸਕਦੇ ਹਾਂ। ਜ਼ਿਆਦਾਤਰ ਸੁਪਨੇ ਮਨੁੱਖੀ ਦਿਮਾਗ ਅਜਿਹਾ ਬਣਿਆ ਹੋਇਆ ਹੈ ਕਿ ਦਿਨ ਚੜ੍ਹਦੇ ਨੂੰ ਭੁੱਲ ਜਾਂਦਾ ਹੈ। ਜੇ ਕੋਈ ਸੁਪਨਾ ਤੁਹਾਨੂੰ ਆਇਆ ਹੈ, ਤੁਸੀਂ 100% ਦੇ ਵਿੱਚੋਂ ਬੜੀ ਮੁਸ਼ਕਲ ਨਾਲ 40% ਯਾਦ ਰੱਖਦੇ ਹੋ। ਇਸ ਲਈ ਕਿਸੇ ਨੂੰ ਦੱਸੋ ਜਾਂ ਨਾ ਦੱਸੋ, ਇਹ ਤੁਹਾਡੀ ਆਪਣੀ ਮਰਜ਼ੀ ਹੈ। ਤੀਰਥ ਯਾਤਰਾ ਦੇ ਸੁਪਨੇ ਦਾ ਮਤਲਬ ਹੈ ਕਿ ਤੁਹਾਨੂੰ ਕੋਈ ਸੰਕੇਤ ਦੇ ਰਿਹਾ ਹੈ ਕਿ ਤੀਰਥ ਯਾਤਰਾ ਤੇ ਜਾਓ। ਹੁਣ ਕਾਰਨ ਕੀ ਹੈ ਤੀਰਥ ਯਾਤਰਾ ਤੇ ਜਾਣ ਦਾ? ਤੀਰਥ ਯਾਤਰਾ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੱਡੇ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ, ਕਿਉਂਕਿ ਤੀਰਥ ਯਾਤਰਾ ਉਹੀ ਕਰਦੇ ਨੇ ਜਿਹੜੇ ਉੱਚੀਆਂ ਰੂਹਾਂ ਵਾਲੇ, ਕਮਾਈ ਵਾਲੇ ਲੋਕ ਨੇ। ਜਦੋਂ ਤੁਸੀਂ ਵੀ ਜਾਓਗੇ ਉਹਨਾਂ ਕਮਾਈ ਵਾਲੇ ਲੋਕਾਂ 'ਚ ਜਿਨ੍ਹਾਂ ਨੇ ਬਹੁਤ ਸਮੇਂ ਤੋਂ ਪਾਠ ਕੀਤੇ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਉਸਤਤ ਕੀਤੀ ਹੋਵੇ, ਜਿਨ੍ਹਾਂ ਨੇ ਤੁਹਾਨੂੰ ਉਹਨਾਂ ਦੀ ਸੰਗਤ ਕਰਨ ਦਾ ਸਮਾਂ ਮਿਲੇਗਾ।
ਸਾਧ ਸੰਗਤ ਹੋਵੇਗੀ, ਸਾਧ ਦਾ ਸੰਗ ਮਿਲੇਗਾ ਤੁਹਾਨੂੰ, ਉੱਥੇ ਸਤ ਸੰਗਤ ਹੋਏਗੀ। ਗੁਰਬਾਣੀ ਪੜ੍ਹਨ ਦਾ ਤੁਹਾਨੂੰ ਪਤਾ ਲੱਗੇਗਾ ਕਿ ਜਿਹੜੀ ਉੱਚੀਆਂ ਰੂਹਾਂ ਨੇ, ਬਹੁਤ ਜ਼ਿਆਦਾ ਪੂਜਾ ਪਾਠ ਕਰਦੇ ਨੇ ਜਿਹੜੇ ਲੋਕ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਸੇ ਕੰਮ ਦੇ ਵਿੱਚ ਆਪਣੀ ਲਾ ਦਿੱਤੀ ਹੈ, ਸਮਰਪਿਤ ਕਰ ਦਿੱਤੀ ਹੈ, ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੈ, ਜੀਵਨ ਜਾਂਚ ਮਿਲੇਗੀ ਸਾਨੂੰ। ਆਪਾਂ ਕਿਸੇ ਤੀਰਥ ਸਥਲ ਤੇ ਜਾਵਾਂਗੇ, ਸਾਨੂੰ ਪਤਾ ਲੱਗੇਗਾ। ਆਪਾਂ ਉੱਥੇ ਇਸ਼ਨਾਨ ਕਰਾਂਗੇ। ਇਸ਼ਨਾਨ ਦਾ ਮਤਲਬ ਸਿਧਾਂਤਕ ਤੌਰ ਤੇ ਬਰਾਬਰਤਾ ਵੀ ਹੈ ਨਾ, ਕਿ ਜਿੱਥੇ ਹਰੇਕ ਉੱਚਾ ਨੀਵਾਂ ਅਮੀਰ ਗਰੀਬ ਇੱਕੋ ਥਾਂ ਤੋਂ ਇਸ਼ਨਾਨ ਕਰ ਰਿਹਾ ਹੈ, ਜਾਣੀ ਕਿ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਰਾਬਰਤਾ ਸਿਖਾਈ ਹੈ। ਅਸੀਂ ਸਾਰੀ ਊਚ ਨੀਚ ਸਭ ਕੁਝ ਭੁੱਲ ਗਏ ਹਾਂ, ਸਾਨੂੰ ਇੱਕੋ ਕਰ ਦਿੱਤਾ ਹੈ ਨਾ। ਇਸ ਲਈ ਤੀਰਥ ਯਾਤਰਾ ਦੇ ਸੁਪਨੇ ਨੂੰ ਸੰਕੇਤਕ ਤੌਰ ਤੇ ਚੰਗਾ ਮੰਨਣਾ ਹੈ, ਇਸ ਨੂੰ ਤਰੀਕੇ ਨਾਲ ਸਮਝਣਾ ਹੈ। ਜਿਸ ਕਿਸੇ ਨੂੰ ਵੀ ਆਉਂਦਾ ਹੈ ਉਹ ਤੀਰਥ ਯਾਤਰਾ ਜ਼ਰੂਰ ਕਰੇ, ਵੈਸੇ ਵੀ ਕਰਨੀ ਚਾਹੀਦੀ ਹੈ, ਪਰ ਜਿਸ ਨੂੰ ਸੁਪਨਾ ਆਉਂਦਾ ਹੈ ਉਹ ਤਾਂ ਜ਼ਰੂਰ ਕਰੇ। ਤੇ ਸੁਪਨਾ ਕੋਸ਼ਿਸ਼ ਕਰੇ ਕਿਸੇ ਨੂੰ ਨਾ ਦੱਸੇ, ਆਪਣੇ ਤੱਕ ਰੱਖੇ। ਤੀਰਥ ਯਾਤਰਾ ਕਰਨ ਤੋਂ ਬਾਅਦ ਦੱਸ ਦੇਵੇ, ਵੱਖਰੀ ਗੱਲ ਹੈ। ਹੁਣ ਇਹ ਸੀ ਦੂਸਰਾ ਤੀਰਥ ਯਾਤਰਾ ਦੇ ਨਾਲ ਸੰਬੰਧਿਤ। ਹੁਣ ਆਪਾਂ ਤੀਸਰੇ ਸੁਪਨੇ ਦੀ ਗੱਲ ਕਰਦੇ ਹਾਂ ਕਿ ਤੀਸਰਾ ਸੁਪਨਾ ਕੀ ਹੈ। ਬਹੁਤ ਵਾਰ ਲੋਕਾਂ ਨੂੰ ਸੇਵਾ ਕਰਨ ਦਾ ਸੁਪਨਾ ਆਉਂਦਾ ਹੈ ਕਿ ਉਹ ਕਿਸੇ ਪਵਿੱਤਰ ਸਥਾਨ ਤੇ ਸੇਵਾ ਕਰ ਰਿਹਾ ਹੈ। ਜੇ ਸੇਵਾ ਕਰਨ ਦਾ ਸੁਪਨਾ ਆਉਂਦਾ ਹੈ ਤਾਂ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਕਈ ਲੋਕ ਕਹਿੰਦੇ ਨੇ ਜੀ ਮੈਂ ਸੁੱਖ ਸੁਖੀ ਸੀ, ਮੈਂ ਸੁਖਣਾ ਸੁਖੀ ਸੀ ਤੇ ਮੈਂ ਭੁੱਲ ਗਿਆ ਕਿਉਂਕਿ ਮੈਂ ਅਕਸਰ ਸੁਖਣਾ ਸੁਖਦਾ ਰਹਿਣਾ, ਹੁਣ ਮੈਂ ਕੀ ਕਰਾਂ। ਉਹ ਇਸ ਨੂੰ ਹੀ ਸਮਝ ਲੈਣ ਕਿ ਸੰਕੇਤਕ ਹੈ। ਬਰਤਨਾਂ ਦੀ ਸੇਵਾ ਹੋ ਸਕਦੀ ਹੈ, ਭਾਂਡਿਆਂ ਦੀ, ਜੋੜਿਆਂ ਦੀ ਸੇਵਾ ਹੋ ਸਕਦੀ ਹੈ। ਜੋੜਾ ਘਰ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਤਰਤੀਬਵਾਰ ਰੱਖ ਸਕਦੇ ਹੋ, ਜਾਂ ਫਿਰ ਕਈ ਵਾਰ ਅਸੀਂ ਦੇਖਦੇ ਹਾਂ ਕਿ ਕਿਸੇ ਸਥਾਨ ਦੇ ਉੱਤੇ ਪ੍ਰਬੰਧਕਾਂ ਦੀ ਕਮੀ ਹੁੰਦੀ ਹੈ, ਉੱਥੇ ਜਾ ਕੇ ਤੁਸੀਂ ਕਿਸੇ ਖਾਸ ਦਿਹਾੜੇ ਨੂੰ ਨਿਸ਼ਚਿਤ ਕਰਕੇ ਜਾ ਸਕਦੇ ਹੋ। ਜਿਵੇਂ ਸੰਗਰਾਂਦ ਹੈ, ਮੱਸਿਆ ਦਾ ਦਿਹਾੜਾ ਹੈ, ਜਦੋਂ ਸੰਗਤਾਂ ਜ਼ਿਆਦਾ ਗਿਣਤੀ ਦੇ ਵਿੱਚ ਆਉਂਦੀਆਂ ਹਨ ਤੇ ਉੱਥੇ ਪ੍ਰਬੰਧਕਾਂ ਦੀ ਜਿਹੜੇ ਉੱਥੇ ਕੰਮ ਸਾਂਭਦੇ ਨੇ ਉਹਨਾਂ ਦੀ ਗਿਣਤੀ ਘੱਟ ਹੋਵੇ, ਉੱਥੇ ਜਾ ਕੇ ਉਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ। ਝਾੜੂ ਦੀ ਸੇਵਾ ਕੀਤੀ ਜਾ ਸਕਦੀ ਹੈ, ਖਾਸ ਤੌਰ ਤੇ ਉਦੋਂ ਜਦੋਂ ਕੋਈ ਇਸ ਤਰ੍ਹਾਂ ਦਾ ਮੱਸਿਆ ਦਾ ਪੁੰਨਿਆ ਦਾ ਖਾਸ ਦਿਹਾੜਾ ਲੰਘਿਆ ਹੋਵੇ, ਉਸ ਤੋਂ ਅਗਲੇ ਦਿਨ। ਕਿਉਂਕਿ ਆਪਾਂ ਅਕਸਰ ਦੇਖਦੇ ਹਾਂ ਗੁਰੂ ਘਰਾਂ ਦੇ ਵਿੱਚ ਪਰਿਕਰਮਾ ਦੇ ਵਿੱਚ ਝਾੜੂ ਮਾਰਿਆ ਜਾਂਦਾ ਹੈ, ਵਾਈਪਰ ਨਾਲ ਸਫਾਈ ਕੀਤੀ ਜਾਂਦੀ ਹੈ। ਸੋ ਇਹ ਸੇਵਾ ਵੀ ਕਮਾਈ ਜਾ ਸਕਦੀ ਹੈ। ਸੋ ਸੇਵਾ ਦਾ ਜਦੋਂ ਸੁਪਨਾ ਆਵੇ, ਇਹ ਵੀ ਸਾਨੂੰ ਆਪਦੇ ਤੱਕ ਸੀਮਿਤ ਰੱਖਣਾ ਚਾਹੀਦਾ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਸੇਵਾ ਦੀ ਭਾਵਨਾ ਸਾਡੇ ਅੰਦਰ ਦੀ ਜਾਗ ਰਹੀ ਹੈ ਜਦੋਂ ਸੇਵਾ ਦਾ ਸੁਪਨਾ ਆਉਂਦਾ ਹੈ। ਸੋ ਉਸ ਤੋਂ ਜਦੋਂ ਤੁਹਾਨੂੰ ਸੁਪਨਾ ਆਉਂਦਾ ਹੈ, ਥੋੜ੍ਹੇ ਦਿਨਾਂ ਦੇ ਵਿੱਚ ਆਪਣੀ ਸੇਵਾ ਦਾ ਜਿਹੜਾ ਵਾਅਦਾ ਹੈ ਉਹ ਜ਼ਰੂਰ ਪੂਰਾ ਕਰੋ, ਚਾਹੇ ਬਰਤਨਾਂ ਦੀ ਹੋਵੇ, ਜੋੜਿਆਂ ਦੀ ਹੋਵੇ, ਝਾੜੂ ਦੀ ਹੋਵੇ, ਕਿਸੇ ਵੀ ਪ੍ਰਕਾਰ ਦੀ ਹੋਵੇ। ਸੋ ਇਹ ਤਿੰਨ ਜਿਹੜੀਆਂ ਮੁੱਖ ਸੀਗੀਆਂ ਗੱਲਾਂ ਸੁਪਨੇ ਦੀਆਂ, ਇਹ ਸੀਗੀਆਂ ਅੱਜ ਦੇ ਆਪਣੇ ਕਥਾ ਵਿਚਾਰ ਦੇ ਵਿੱਚ, ਕਿ ਇਹ ਤਿੰਨ ਸੁਪਨੇ ਆਪਾਂ ਕਿਸੇ ਨਾਲ ਸਾਂਝੇ ਨਹੀਂ ਕਰਨੇ, ਚਾਹੇ ਰੱਬ ਪਰਮਾਤਮਾ ਰੱਬੀ ਰੂਹ ਦੇ ਦਰਸ਼ਨ ਹੋਣ, ਚਾਹੇ ਕਿਸੇ ਤੀਰਥ ਯਾਤਰਾ ਦਾ ਹੋਵੇ, ਚਾਹੇ ਕਿਤੇ ਸੇਵਾ ਕਰਨ ਦਾ ਹੋਵੇ, ਅਤੇ ਇਹ ਕੰਮ ਕਰਨੇ ਵੀ ਜ਼ਰੂਰ ਹਨ। ਸੋ ਇੰਨੀਆਂ ਕੁ ਬੇਨਤੀਆਂ 'ਚ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।